ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡਾ ਅੱਜ ਹੈਗਾ ਆ ਥਰਡ ਡੇ ਆਫ 30 days ਸੀਰੀਜ਼ ਆਫ C++ ਪ੍ਰੋਗਰਾਮਿੰਗ। ਗॉट इट। ਸੋ ਅੱਜ ਕੀ ਕਰਨਾ ਆਪਾਂ, ਅੱਜ ਕਰਨੇ ਇੱਕ ਤਾਂ ਡਾਟਾ ਟਾਈਪਸ ਕੀ ਹੁੰਦੇ ਆ ਐਂਡ ਵਾਟ ਆਰ ਦ ਵੇਰੀਏਬਲਸ। ਵੇਰੀਏਬਲ ਤੋਂ ਬਿਨਾ ਅਗਰ ਆਪਾਂ ਕਹੀਏ ਕਿ ਆਹ ਚੀਜ਼ ਨਹੀਂ ਆ, it is next to impossible. So they are correlated with each other. So now let's see what we have on the plate today. So we have the variables and data types. ठीक है। अच्छा, वेरिएबल की ਹੁੰਦੇ ਆ ਕੋਈ ਚੀਜ਼ ਨਹੀਂ ਪਤਾ ਲੱਗਦੀ। I again repeat ਉਹਨੂੰ start breaking down into the parts. Variable. So ਦੋ ਵਰਡ ਇਹਦੇ ਵਿੱਚ ਦੇਖ ਲੈਂਦੇ ਆਪਾਂ। ਲਓ ਇੱਥੇ ਲਿਖ ਦਿੰਦੇ ਆ ਵੈਰੀ ਪਲੱਸ ਏਬਲ। ਉਹ ਚੀਜ਼ ਜਿਹੜੀ ਕਿ ਵੈਰੀ ਮੀਨਸ ਚੇਂਜ, ਏਬਲ ਮੀਨਸ ਐਬਿਲਿਟੀ। ਉਹ ਚੀਜ਼ ਜਿਹਦੀ ਵਿੱਚ ਚੇਂਜ ਹੁੰਦੀ ਐਬਿਲਿਟੀ ਆ ਉਹਨੂੰ ਆਪਾਂ ਕਹਿੰਦੇ ਆ ਵੈਰੀਏਬਲ। ਠੀਕ ਹੈ। ਸੋ ਮੀਨਸ ਇਟਸ ਨੋਟ ਕੌਨਸਟੈਂਟ, ਜਿਹਦੇ ਵਿੱਚ ਵੇਰੀਏਬਲ ਆਪਣੀ ਜਿਹੜੀ ਹੈਗੀ ਆ ਚੇਂਜ ਹੁੰਦੀ ਐਬਿਲਿਟੀ ਆ, ਸ਼ਮਤਾ ਹੈ, ਉਹਨੂੰ ਵੇਰੀਏਬਲ ਕਹਿੰਦੇ ਆ। ਠੀਕ ਹੈ। ਸੋ ਵੇਰੀਏਬਲ ਇਜ਼ ਏ ਉਹਦਾ ਕੀ ਕਹਿੰਦੇ ਇਜ਼ ਏ ਨੇਮ ਸਟੋਰੇਜ ਦੈਟ ਹੋਲਡ ਵੈਲਿਊ। ਫੋਰ ਐਗਜ਼ਾਮਪਲ ਸਪੋਜ਼ ਕਰੋ ਆਹ ਡਿਸਕ ਆ ਸਾਡੀ ਨਾ, ਉਹਦੇ ਉੱਪਰ ਜਾਂ C++ ਕੰਪਾਈਲਰ, ਉਹਦੇ ਵਿੱਚ ਆਪਾਂ ਇੱਕ ਵੇਰੀਏਬਲ ਲਿਆ ਇੱਥੇ A। ਇਹ ਕੀ ਹੈ ਸਾਡੇ ਕੋਲ ਇੱਥੇ ਵੇਰੀਏਬਲ A, ਜਿਹੜੇ ਵੈਲਿਊ ਕੀ ਹੋਲਡ ਕਰਦੇ ਪਏ 10। ਲੇਟਰ ਔਨ ਮੈਂ ਇਹਦੇ ਵਿੱਚ ਕਰ ਦੇਣਾ +2, ਦੈਨ ਇਹਦੀ ਵੈਲਿਊ ਕਿੰਨੀ ਹੁੰਦੀ 12। ਸੋ ਵੈਲਿਊ ਵੈਰੀ ਹੋ ਕਰਗੀ, ਚੇਂਜ ਹੋ ਕਰਗੀ, ਬਟ ਉਹਦੀ ਲੋਕੇਸ਼ਨ ਕੀ ਹੈ ਸੇਮ। ਸੋ ਇੱਕ ਇਹਨੂੰ ਕੀ ਆ, ਅਦਰਵਾਈਜ਼ ਆਪਾਂ ਕੀ ਕਰਨੇ ਆ, ਇਟਸ ਅ ਨੇਮ ਆਫ ਮੈਮਰੀ ਔਰ ਸਪੇਸ। ਗॉट इट। ਸੋ ਇਹ ਹੋ ਗਿਆ। ਅੱਛਾ, ਉਸ ਤੋਂ ਬਾਅਦ ਡਾਟਾ ਟਾਈਪ ਕੀ ਆ, ਟਾਈਪ ਆਫ ਦਾ ਡਾਟਾ। ਠੀਕ ਹੈ। ਕਿੱਦਾਂ ਆਪਾਂ ਉਹਦੀ ਕਿੱਦਾਂ ਦੀ ਵੈਲਿਊ ਹੁੰਦੀ ਹੈ ਵੇਰੀਏਬਲ ਦੀ, ਸੋ ਉਹਨੂੰ ਆਪਾਂ ਡਾਟਾ ਟਾਈਪ ਕਹਿੰਦੇ। ਇਹਦੇ ਵਿੱਚ ਕੀ ਆ, ਹੁਣ ਇਹਦਾ ਸਿੰਟੈਕਸ ਦੇਖ ਲਓ ਕੀ ਆ। ਸਭ ਤੋਂ ਪਹਿਲਾਂ ਤਾਂ ਡਾਟਾ ਟਾਈਪ, ਫਿਰ ਵੇਰੀਏਬਲ ਨੇਮ। ਇਟ ਕੁਡ ਬੀ ਐਨੀਥਿੰਗ, ਇਟ ਕੁਡ ਬੀ mix of one alphabet, 2, 3, 4 and so on, and this is the value, and this is we call the assignment operator. ठीक है। ऑपरेटर वाली करेंगे उच्च ਤੁਹਾਨੂੰ ਪਤਾ ਲੱਗਣਾ ਇਹਦਾ ਅਸਾਈਨਮੈਂਟ ਆਪਰੇਟਰ ਐਂਡ ਸੈਮੀਕੋਲਨ ਸਾਨੂੰ ਪਤਾ ਐਂਡ ਆਫ ਦਾ ਲਾਈਨ। ਕਾਮਨ ਡਾਟਾ ਟਾਈਪ ਸਾਡੇ ਕੋਲ ਹੁੰਦੇ ਆ ਇਨ C++। ਇਹ ਤੁਹਾਨੂੰ ਮਰਕਅਪ ਕਰਨੇ ਪੈਣੇ, ਯੂ ਹੈਵ ਟੂ ਕੌਨ ਇਟ। ਠੀਕ ਹੈ। ਯਾਦ ਕਰਨੇ ਪੈਣੇ ਐਜ਼ ਇਟ ਇਜ਼। ਸੋ ਫਸਟ ਕੀ ਆ ਇੰਟ, ਔਰ ਫੁੱਲ ਫਾਰਮ ਕਿਹਦੀ ਹੁੰਦੀ ਹੈ ਇਹ, ਇੰਟੀਗਰ ਡਾਟਾ ਟਾਈਪ ਦੀ। ਇੰਟੀਗਰ ਦੇ ਵਿੱਚ ਮੀਨਸ ਦਾ ਹੋਲ ਨੰਬਰ, ਹੋਲ ਮੀਨਸ ਵਿਦਾਊਟ ਡੈਸੀਮਲ, ਕੋਈ ਵੀ ਜਿਹਦੇ ਵਿੱਚ ਦਸ਼ਮਲਵ ਨਾ ਹੋਵੇ। ਠੀਕ ਹੈ। ਫਲੋਟ ਡੈਸੀਮਲ ਨੰਬਰ। ਅੱਛਾ, ਇਹ ਹੈਗਾ ਇੰਟੀਗਰ, ਇਹਨੂੰ ਕਹਿੰਦੇ ਫਲੋਟ। ਇਹਨੂੰ ਲਿਖਣ ਦਾ ਤਰੀਕਾ ਕੀ ਆ, INT। ਸੋ C++ ਇਜ਼ ਆਲਸੋ ਕੇਸ ਸੈਂਸਿਟਿਵ, ਸੋ ਵੀ ਗੋਣਾ ਰਾਈਟ ਦਾ ਡਾਟਾ ਟਾਈਪ ਜਦੋਂ ਵੀ ਡਿਕਲੇਅਰ ਕਰਦੇ ਉਹਨੂੰ INT ਲਿਖਣਾ। ਆਹ ਦੇਖੋ ਨਾ FLOT, ਇਹ ਵੀ ਛੋਟ 'ਚ ਲਿਖਿਆ ਹੋਇਆ। ਐਂਡ ਡਬਲ ਇਜ਼ ਅ ਡਬਲ ਡੈਸੀਮਲ ਨੰਬਰ, ਸੇਮ ਆ ਫਲੋਟ ਦੀ ਤਰ੍ਹਾਂ, ਬਟ ਇਹਦੀ ਜਿਹੜੀ ਵੈਲਿਊ ਆ ਰੇਂਜ ਆ ਉਹ ਜ਼ਿਆਦਾ ਹੁੰਦੀ ਆ। ਉਸ ਤੋਂ ਬਾਅਦ ਕੈਰ। ਠੀਕ ਹੈ। ਕੈਰ ਇਜ਼ ਏ ਸਿੰਗਲ ਕਰੈਕਟਰ। ਹੁਣ ਇਹਦੇ ਵਿੱਚ ਦੇਖਣਾ ਕਿ ਜਦੋਂ ਆਪਾਂ ਇੰਟੀਗਰ ਔਰ ਫਲੋਟ ਨੂੰ ਲਿਖਦੇ ਹਾਂ ਤਾਂ ਉਦੋਂ ਕੋਈ ਜ਼ਰੂਰਤ ਨਹੀਂ ਹੁੰਦੀ ਸਾਨੂੰ ਵੀ ਕਿਸੇ ਵੀ ਚੀਜ਼ ਨੂੰ ਵਿਦਿਨ ਇਨਵਰਟਡ ਕੋਮਾ ਕੁਛ ਨਹੀਂ ਮੈਂਸ਼ਨ ਕਰਨਾ, ਸਿੰਪਲ ਵੈਲਿਊ ਲੈ ਦੇਣੀ। ਫੋਰ ਐਗਜ਼ਾਮਪਲ A is equal to 5, ਬਸ ਵੈਲਿਊ ਸਾਈਨ ਹੋ ਗਈ। ਬਟ ਜਦੋਂ ਕਰੈਕਟਰ ਆ ਇਹਨੂੰ ਲਿਖਣਾ ਆ, ਕਿਸੇ ਵੀ ਸਿੰਗਲ ਕਰੈਕਟਰ ਨੂੰ ਆਪਾਂ ਲਿਖਦੇ ਕੈਰ ਡਾਟਾ ਟਾਈਪ। ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਸਮਾਲ ਲੈਟਰ ਨਾਲ ਕੈਰ, ਔਰ ਕੈਰ ਨੂੰ ਆਪਾਂ ਕੀ ਲਿਖਦੇ ਹਾਂ, ਵੇਰੀਏਬਲ ਲਿਆ, ਉਹਦੇ ਵਿੱਚ ਵੈਲਿਊ ਸਾਈਨ ਕਰਾਈ। ਸੋ ਉਹਦੇ ਵਿੱਚ ਮੇਨ ਇੰਪੋਰਟੈਂਟ ਕੀ ਆ, ਆਹ ਵਾਲੀ ਚੀਜ਼ ਸੈਮੀ ਕੋਲਨ। ਠੀਕ ਹੈ। ਸੌਰੀ, ਇਟਸ ਨੋਟ ਸੈਮੀ ਕੋਲਨ, ਇਹਨੂੰ ਕੀ ਕਹਾਂਗੇ ਆਪਾਂ, ਇਹਨੂੰ ਇੱਕ ਕਹਿ ਲੈਂਦੇ ਮੇਰੇ ਖਿਆਲ ਨਾਲ ਕੋਮਾ ਕਹਿ ਲੈਂਦੇ, ਜੋ ਵੀ ਹੈਗਾ। ਠੀਕ ਹੈ। ਸੋ ਉਹਦੇ ਵਿੱਚ ਇਨਕਲੋਜ਼ ਕਰਾਂਗੇ ਸਟਰਿੰਗ। ਇਹ ਹੈਗੇ ਸਟਰਿੰਗ ਨੂੰ ਜਦੋਂ ਡਿਫਾਈਨ ਕਰਦੇ, ਇਟਸ ਅ ਕੰਬੀਨੇਸ਼ਨ ਆਫ, ਆਪਾਂ ਕਹਿ ਲਈਏ ਸਿੰਪਲ ਲੈਂਗੁਏਜ ਦੇ ਵਿੱਚ, ਕਰੈਕਟਰਸ। ਸੋ ਸਟਰਿੰਗ ਨੂੰ ਕੀ ਆ, ਸਮਾਲ ਲੈਟਰ ਸਾਰੇ ਸਟਰਿੰਗ, A is equal to ਇਨਵਰਟਰ ਕੋਮਾ ਦੇ ਵਿੱਚ ਹੈਲੋ ਪਾ ਲਓ, ਸੇ ਸਾਡੇ ਕੋਲ ਸਟਰਿੰਗ ਆ ਗਿਆ। ਔਰ ਬੂਲੀਅਨ ਦੇ ਵਿੱਚ ਟਰੂ ਫਾਲਸ ਆ। ਅੱਛਾ, ਇੱਕ ਚੀਜ਼ ਹੋਰ ਆ, ਅਗਰ ਤੁਸੀਂ ਪੁਰਾਣਾ ਵਰਜਨ ਟਰਬੋ C ਦਾ ਯੂਜ਼ ਕਰਦੇ ਪਏ ਆ, ਠੀਕ ਹੈ, ਉਹਦੇ ਵਿੱਚ ਜਿਹੜੀ ਹੈਗੀ ਆ ਸਟਰਿੰਗ ਨਹੀਂ ਚੱਲਦਾ। ਉਹਦੇ ਵਿੱਚ ਆਪਾਂ ਕੀ ਕਰਦੇ, ਉਹਦੇ ਵਿੱਚ ਇੰਟ ਜਾਂ ਇੰਟ ਕਰਕੇ ਜਾਂ ਕੈਰ ਕਰਕੇ ਉਹਦੀ ਵਿੱਚ ਆਪਾਂ ਰੇਂਜ ਦਿੰਦੇ ਹਾਂ। ਫਿਰ ਜਿੱਦਾਂ ਫੋਰ ਐਗਜ਼ਾਮਪਲ ਕੈਰ 20 A is equal to, ਉਹਦੇ ਵਿੱਚ ਵੀ ਆਪਾਂ ਵੈਲਿਊ ਪਾ ਲੈਂਦੇ ਹਾਂ। ਸੋ ਇਹ ਇੱਦਾਂ ਚੀਜ਼ ਚੱਕਦਾ ਕੁਛ ਸਮਥਿੰਗ ਕਰਕੇ, ਉਹ ਤੁਸੀਂ ਦੇਖ ਲਿਓ ਉਹਦੇ ਚੀਜ਼ ਦਾ ਕਿੱਦਾਂ ਕੀ ਕੰਸੈਪਟ ਹੈਗਾ। ਠੀਕ ਹੈ। ਸੋ ਇਹਦੇ ਵਿੱਚ ਸਾਨੂੰ ਕੀ ਆ, ਸੈਟ ਦੀ ਵੈਲਿਊ ਦੇਣੀ ਪੈਂਦੀ ਹੈ, ਰਾਈਟ, ਕਿੰਨੇ ਹੈਗੇ ਆ ਕਰੈਕਟਰਸ ਦੀ। ਅਦਰਵਾਈਜ਼ ਮੋਸਟ ਆਫ ਚ ਪ੍ਰੋਬਲਮ ਆਣੀ ਨਹੀਂ, ਕੈਰ ਵੀ ਚੱਲੂਗਾ ਅਤੇ ਸਟਰਿੰਗ ਵੀ ਚੱਲੂਗਾ। ਬਟ ਇਨ ਦਾ ਓਲਡ ਟਰਬੋ C ਵਾਲੇ ਵਰਜਨ ਦੇ ਵਿੱਚ
ਸੋ ਆ ਕਨਸੈਪਟ ਤੁਸੀਂ ਆਪਣੇ ਐਂਡ ਤੇ ਕਲੀਅਰ ਕਰਕੇ ਮੈਨੂੰ ਕਮੈਂਟ 'ਚ ਦੱਸਣਾ ਹੈ ਵੀ ਇਹ ਚੀਜ਼ ਕਿੱਦਾਂ ਕਰਦੇ ਆਪਾਂ। ਠੀਕ ਹੈ ਜੀ, ਇੱਕ ਸਿੰਪਲ ਪ੍ਰੋਗਰਾਮ ਔਰ ਡਾਟਾ ਟਾਈਪਸ ਵਾਲਾ। ਠੀਕ ਹੈ ਜੀ, ਇਹ ਮੈਂ ਤੁਹਾਡੇ ਲਈ ਕੀਤਾ ਸੀਗਾ। ਹਾਂ, ਰੀਕੈਪਚੁਲੇਟ ਆਪਣੇ ਆਪ ਕਰ ਦੇ ਜਾਣਾ। ਦਿਸ ਇਜ਼ ਦ ਹੈਡਰ ਫਾਈਲ। ਠੀਕ ਹੈ, ਔਰ ਆ ਕੀ ਹੈ, ਲਾइब्रेरी फंक्शन। ठीक है, आ प्री प्रोसैसर आ गया, आ स्टेटमेंट आ गई साढ़े को। यूजिंग नेम स्पेस अलाउ की करता है सी इन और सी आउट यूज़ करना विदाउट एवरी टाइम यूज़ किते हुए कहते एस टी डी विद स्कोप रेजोल्यूशन ऑपरेटर के नाल ये अवॉइड करने लिए। अच्छा, आ प्रोग्राम चल गया। हुण आ देखो इंट में की कहना सी वेरिएबल आ ਇਹਦੇ ਵਿੱਚ ਹੁਣ ਏਜ ਨੂੰ ਵੀ ਉਹ ਐਜ਼ ਏ ਵੇਰੀਏਬਲ ਹੀ ਕਾਊਂਟ ਕਰਦਾ। ਇਟਸ ਓਨਲੀ ਦ ਵਨ ਥਿੰਗ, ਇਟਸ ਨੋਟ ਲਾਈਕ ਦ 3 वेरिएबल्स। ठीक है, एक ही वेरीएबल आ और ਜਿਹੜਾ ਕੀ ਆ ਡਾਟਾ ਟਾਈਪ ਕੀ ਆ ਇੰਟ। ਹੁਣ ਅਗਰ ਇੰਟ ਲਿਖਤਾ ਆ वेरीएबल ਆ, ਦੈਟਸ ਮੀਨ ਇੱਥੇ ਜਿਹੜੀ ਵੈਲਿਊ ਆਣੀ ਆ ਉਹ ਇੰਟੀਗਰਲ ਵੈਲਿਊ ਆਣੀ ਆ ਵਿਦਆਊਟ ਡੈਸੀਮਲ। ਦੈਟ ਕੁਡ ਬੀ ਐਨੀਥਿੰਗ। ਇੱਥੇ ਆਪਾਂ ਆਲਰੇਡੀ ਪਾ ਦਿੱਤੀ ਆਪਣੇ ਆਪ। ਫਲੋਟ ਇਹ वेरीएबल ਆ 3.14 ਦੀ ਵੈਲਿਊ ਆ ਗਈ। ਕੈਰ ਆ ਇਹ ਵੀ ਗ੍ਰੇਡ वेरीएबल ਆ, ਇੱਕ ਗ੍ਰੇਡ, ਉਹਦੇ ਵਿੱਚ ਆਪਾਂ ਵੈਲਿਊ ਪਾਤੀ ਏ। ਠੀਕ ਹੈ, ਸਟ੍ਰਿੰਗ ਨੇਮ ਮੇਰਾ ਨਾਮ ਆ ਜੀ ਮਨਪ੍ਰੀਤ, ਇਹਦਾ ਆਪਾਂ ਪਾਤਾ ਬੁਲੀਅਨ ਟਰੂ। ਠੀਕ ਹੈ। ਅੱਛਾ, ਦੂਸਰੀ ਚੀਜ਼ ਕੀ ਆ, ਹੁਣ ਲਾਸਟ ਟਾਈਮ ਇੱਕ ਦੱਸਿਆ ਸੀਗਾ ਸੀ ਆਊਟ ਜਦੋਂ ਵੀ ਆਪਾਂ ਲਿਖਦੇ ਹਾਂ ਸੀ ਆਊਟ ਲਿਖ ਕੇ ਵਿਦ ਇਨ ਇਨਵਰਟਡ ਕੋਮਾ ਕੁਛ ਵੀ ਲਿਖਦੇ ਹਾਂ ਉਹਨੂੰ ਐਜ਼ ਏ ਟੈਕਸਟ ਪ੍ਰਿੰਟ ਕਰ ਦਿੰਦਾ। ਬਟ ਅਗਰ ਆਪਾਂ ਉਸ ਚੀਜ਼ ਨੂੰ ਇਹਦਾ ਨਾਂ ਲਿਖੀਏ, ਕਿੱਦਾਂ ਲਿਖੀਏ, ਸੀ ਆਊਟ ਇੱਦਾਂ ਲਿਖ ਦਈਏ, ਉਹ ਕੀ ਕਰਦਾ ਫਿਰ, ਉਹ ਚੀਜ਼ ਕਰਦਾ ਉਹਦੀ ਵੈਲਿਊ ਫੈਚ ਕਰਦਾ। ਠੀਕ ਹੈ, ਇਟ ਗੋਣਾ ਫੈਚ ਇਟਸ ਵੈਲਿਊ। ਸੋ ਵੈਲਿਊ ਅਗਰ ਫੈਚ ਕਰਦਾ ਪਿਆ ਸੋ ਸਾਨੂੰ ਇਹਦੀ ਵੈਲਿਊ ਕਿਤੇ ਨਾ ਕਿਤੇ ਤਾਂ ਇਹਦੀ ਵੈਲਿਊ ਦੇਣੀ ਪੈਣੀ ਹੈ। ਔਰ ਵੈਲਿਊ ਦੇਣ ਲਈ ਵੀ ਮਸਟ ਹੈਵ ਟੂ ਡਿਕਲੇਅਰ ਐਂਡ ਡਿਕਲੇਅਰ ਡਿਫਾਈਨ ਇਟ। ਡਿਕਲੇਅਰ ਵੀ ਕਰਨਾ ਪੈਣਾ, ਡਿਫਾਈਨ ਵੀ ਕਰਨਾ ਪੈਣਾ, ਪਲੱਸ ਇਨੀਸ਼ੀਅਲਾਈਜੇਸ਼ਨ। ਠੀਕ ਹੈ, ਸੋ ਇਹਦੇ ਵਿੱਚ ਕਨਸੈਪਟ ਕੀ ਹੈ, ਤਿੰਨ ਆ ਗਏ ਸਾਡੇ ਕੋਲ। ਡਿਕਲੇਰੇਸ਼ਨ ਐਟ ਦਾ ਟਾਈਮ ਆਫ ਇਨੀਸ਼ੀਅਲਾਈਜੇਸ਼ਨ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ, ਸੋ ਇਹਦੇ ਵਿੱਚ ਕੀ ਹੈ, ਜਦੋਂ ਆਪਾਂ ਵੈਲਿਊ ਕਿਸੇ ਵੀ ਚੀਜ਼ ਨੂੰ ਵੈਲਿਊ ਦਿੰਦੇ ਹਾਂ, ਦਿਸ ਇਜ਼ ਇਨੀਸ਼ੀਅਲਾਈਜ਼, ਮਤਲਬ ਐਨਰਜੀ ਦੇ ਦਿੱਤੀ ਆਪਾਂ, ਇਨੀਸ਼ੀਅਲਾਈਜ਼ ਕਰਤਾ, ਪਲੱਸ ਆਪਾਂ ਉਹਨੂੰ ਡਿਕਲੇਅਰ ਵੀ ਕਰਦੇ ਹਾਂ। ਇੱਥੇ ਕੀ ਕੀਤਾ, ਡਿਕਲੇਅਰ ਕੀਤਾ ਗਿਆ ਔਰ ਇਟਸ ਕਾਲਡ ਦ ਡਿਕਲੇਅਰ ਐਟ ਦਾ ਟਾਈਮ ਆਫ ਇਨੀਸ਼ੀਅਲਾਈਜੇਸ਼ਨ। ਔਰ ਅਗਰ ਇਹਨੂੰ ਆਪਾਂ ਡਿਕਲੇਅਰ ਅਲੱਗ ਕਰਦੇ, ਇਨੀਸ਼ੀਅਲਾਈਜ਼ ਅਲੱਗ ਕਰਦੇ, ਫਿਰ ਕਿੱਦਾਂ ਹੋਊਗਾ, ਫਿਰ ਆਪਾਂ ਲਿਖਾਂਗੇ ਇੰਟ ਏਜ, then age is equal to 25. So this is going to be the declaration and this is going to be the initialization part. ठीक है, so किसी भी वेरिएबल ਨੂੰ यूज़ ਕਰਨ ਲਈ ਉਹਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਡਿਕਲੇਅਰ ਕਰਨਾ, ਫਿਰ ਉਹਨੂੰ ਇਨੀਸ਼ੀਅਲਾਈਜ਼ ਕਰਨਾ। ਦੋਨੋਂ ਚੀਜ਼ਾਂ ਇੱਕੋ ਟਾਈਮ ਤੇ ਵੀ ਹੋ ਸਕਦੀਆਂ ਜਿੱਦਾਂ ਇੱਥੇ ਜਾਂ ਅਲੱਗ-ਅਲੱਗ ਵੀ। ਔਰ ਦਿਸ ਵਨ ਦੋਨੋਂ ਸਹੀ ਹੈ। ਠੀਕ ਹੈ, ਗਲਤ ਨਹੀਂ ਹੈਗਾ ਕੋਈ ਵੀ। ਅੱਛਾ, ਹੁਣ ਮੈਂ ਉਹ ਕਹਿੰਦਾ ਸੀਗਾ ਕਿ ਜਦੋਂ ਆਪਾਂ ਕਿਸੇ ਵੀ ਵੇਰੀਏਬਲ ਦੀ ਵੈਲਿਊ ਫੈਚ ਕਰਨੀ ਹੈ ਦੈਨ ਸੀ ਆਊਟ ਕਰਕੇ ਉੱਥੇ ਵੇਰੀਏਬਲ ਦਾ ਸਿੰਪਲ ਲਿਖ ਦੇਣਾ, ਟੈਕਸਟ ਲਿਖ ਦੇਣਾ, ਉਹਨੇ ਉਹਦੀ ਵੈਲਿਊ ਫੈਚ ਕਰਨੀ। ਹੁਣ ਟੈਕਸਟ ਨੂੰ ਕਿਤੇ ਡਿਕਲੇਅਰ ਕੀਤਾ ਹੋਗਾ ਤਾਂ ਹੀ ਚੱਕੂਗਾ ਉਹ। ਠੀਕ ਹੈ, ਹੁਣ ਇਹਦੀ ਜਗ੍ਹਾ ਟੈਕਸਟ ਦੀ ਜਗ੍ਹਾ ਸਪੋਜ਼ ਮੈਂ ਇੱਥੇ ਟੈਕਸਟ ਨਹੀਂ ਲਿਆ ਹੋਇਆ ਹੈ ਨਾ, ਮੈਂ ਇੱਥੇ ਲੈ ਲਿਆ ਏਜ। ਠੀਕ ਹੈ, ਇੱਥੇ ਕੀ ਲਿਖ ਲਿਆ ਮੈਂ, ਏਜ ਲਿਆ। ਆਹ ਚੀਜ਼ ਨੂੰ ਆਪਾਂ ਰੈਡੀਕੇਟ ਕਰ ਦਿੰਦੇ। ਸੋ ਮਤਲਬ ਸਿੰਟੇ ਇਹਨੂੰ ਕਲੀਅਰ ਕਰਕੇ ਲੈ ਲੈਂਦੇ। ਸੋ ਮੇਰੇ ਕੋਲ ਚੀਜ਼ ਕੀ ਲਿਖਤੀ ਮੈਂ, ਸੀ ਆਊਟ ਏਜ। ਹੁਣ ਏਜ ਕੀ ਆ, ਸਭ ਤੋਂ ਪਹਿਲਾਂ ਤਾਂ ਡਿਕਲੇਅਰ ਕਰਨਾ ਪੈਣਾ। ਇੱਥੇ ਡਿਕਲੇਅਰ ਹੈਗਾ ਯੈਸ, ਇੱਥੇ ਡਿਕਲੇਅਰ ਕਰਤਾ, ਫਿਰ ਇਹਦੀ ਵੈਲਿਊ ਕੀ ਇਨੀਸ਼ੀਅਲਾਈਜ਼ ਕੀਤੀ ਯੈਸ। ਸੋ ਇੱਥੇ ਵੈਲਿਊ ਇਹਨੇ ਕੀ ਪ੍ਰਿੰਟ ਕਰਨੀ ਹੈ, 25 ਇਹਨੇ ਪ੍ਰਿੰਟ ਕਰਨਾ ਇੱਥੇ 25। ਠੀਕ ਹੈ, ਅੱਛਾ ਹੁਣ ਇਹ ਦੋ ਦੇਖੋ ਚੀਜ਼ਾਂ ਦੋ ਅਲੱਗ-ਅਲੱਗ ਆ, ਟੈਕਸਟ ਵੀ ਆਪਾਂ ਲਿਖ ਸਕਦੇ ਹਾਂ ਔਰ ਵੈਲਿਊ ਫੈਚ ਵੀ ਕਰ ਸਕਦੇ ਹਾਂ। ਹੁਣ ਇਹਨੂੰ ਕਰਾਂਗੇ ਕਿੱਦਾਂ, ਲੈਟਸ ਸੀ ਦੋ ਚੀਜ਼ਾਂ ਹੁਣ ਦੋ ਸਟੇਟਮੈਂਟਸ ਆ ਗਈ ਮੇਰੇ ਕੋਲ ਰਾਈਟ। ਮੈਂ ਲਿਖੂੰਗਾ ਸੀ ਆਊਟ age and second ਕੀ ਹੈ, ਸੀ ਆਊਟ age। ਠੀਕ ਹੈ, ਇੱਥੇ ਇਹਨੂੰ ਕੀ ਕਰਦਾ ਪਿਆ, ਐਜ਼ ਏ ਟੈਕਸਟ ਪ੍ਰਿੰਟ ਕਰਦਾ ਪਿਆ ਉਹ, ਔਰ ਇੱਥੇ ਕੀ ਇਹਦੀ ਵੈਲਿਊ ਲੈਂਦਾ ਪਿਆ। ਸੋ ਇੱਥੇ ਪ੍ਰਿੰਟ ਆਊਟਪੁੱਟ ਕੀ ਆਣੀ ਮੇਰੇ ਕੋਲ, ਇੱਥੇ ਆਣਾ ਏਜ ਔਰ ਇੱਥੇ ਇਹਦੀ ਕੀ ਵੈਲਿਊ। ਠੀਕ ਹੈ, ਵੈਲਿਊ ਇਹਦੀ ਕਿੰਨੀ ਸੀਗੀ 25, ਇੱਥੇ ਆਪਾਂ ਦਿੱਤੀ ਹੋਈ ਹੈ। ਠੀਕ ਹੈ, ਸੋ ਇਹ ਚੀਜ਼ ਆ ਗਈ। ਬਟ ਮੈਂ ਦੋਨਾਂ ਸਟੇਟਮੈਂਟਸ ਨੂੰ ਕੰਬਾਈਨ ਕਰਕੇ ਲਿਖਣਾ ਇੱਥੇ ਇੱਕ 'ਚ, ਮੈਂ ਨਹੀਂ ਚਾਹੁੰਦਾ ਦੋ ਦੋ ਲਾਈਨਾਂ ਲਿਖਾਂ। ਦੈਨ what I'm gonna do write C out age पेरा वाला साइन then simple age, that's it।
ਹੁਣ ਇਹਨੇ ਕੀ ਕਰਨਾ, ਇੱਕ ਲਾਈਨ 'ਚ ਆ ਮੈਂ ਇੱਦਾਂ ਕੀਤਾ ਸੀਗਾ ਅਲੱਗ-ਅਲੱਗ, ਹੁਣ ਇੱਕ ਲਾਈਨ 'ਚ ਪ੍ਰਿੰਟ ਹੋਣਾ ਕਿੱਦਾਂ ਆਉਣਾ, age 25 ਆ ਇਹਦੀ ਆਊਟਪੁੱਟ ਹੈ ਜਿਹੜੀ, ਰਾਈਟ। ਸੋ ਦਿਸ ਇਜ਼ ਅ ਪ੍ਰੋਗਰਾਮ, ਸੇਮ ਚੀਜ਼ ਹੋਣੀ ਹੁਣ ਇੱਥੇ ਕੀਤੀ, ਇੱਥੇ ਦੇਖੋ ਸੀ ਆਊਟ ਨੇਮ ਐਜ਼ ਪ੍ਰਿੰਟ ਕਰ ਲਿਆ, ਠੀਕ ਹੈ, ਔਰ ਉਹਦੀ ਵੈਲਿਊ ਕੀ ਹੈ, ਨੇਮ ਦੀ ਮਨਪ੍ਰੀਤ। ਸੋ ਇੱਥੇ ਕੀ ਹੈ, ਫਸਟ ਆਫ ਆਲ ਐਜ਼ ਇਟ ਇਜ਼ ਪ੍ਰਿੰਟ ਹੋਣਾ, ਐਂਡ ਸੈਕਿੰਡ ਕੀ ਹੈ 1, ਔਰ 1 ਦੀ ਵੈਲਿਊ ਇੱਥੇ ਆਣੀ। ਹੁਣ ਇੱਥੇ ਦੇਖੋ ਕੀ ਆ, 1 ਪ੍ਰਿੰਟ ਹੋ ਗਿਆ ਔਰ 1 ਦੀ ਜਗ੍ਹਾ ਤੇ ਮਨਪ੍ਰੀਤ ਆ ਗਿਆ। ਸੈਕਿੰਡ ਕੀ ਹੈ, ਏਜ, ਸੈਕਿੰਡ ਟਾਈਮ ਏਜ ਕੀ ਮੇਰੇ ਕੋਲ ਆ ਗਈ। ਹੁਣ ਇੱਥੇ ਕੀ ਆ, ਟੈਕਸਟ ਪ੍ਰਿੰਟ ਹੋਣਾ ਕਿਉਂਕਿ ਇਨਵਰਟਰ ਕੋਮਾ ਚ ਪਾਇਆ ਹੋਇਆ, ਔਰ ਇੱਥੇ ਦੀ ਵੈਲਿਊ ਫੈਚ ਕਰਦਾ ਪਿਆ, ਦਿਸ ਇਜ਼ ਅ 2, ਇੱਥੇ ਕੀ ਵੈਲਿਊ ਆ ਗਈ ਇਹਦੀ 25, ਦਿਸ ਇਜ਼ ਅ 2, ਦਿਸ ਇਜ਼ ਅ 2। ਤੀਸਰੇ ਤੇ ਕੀ ਉਹਨੇ ਗ੍ਰੇਡਿੰਗ ਲਾਈ ਹੋਈ ਆ, ਠੀਕ ਹੈ, ਦਿਸ ਇਜ਼ ਅ ਗ੍ਰੇਡ, ਗ੍ਰੇਡ 'ਚ ਚਲ ਗਿਆ ਏ ਗ੍ਰੇਡ ਬੀ ਗ੍ਰੇਡ, ਇੱਥੇ ਐਜ਼ ਏ ਟੈਕਸਟ ਏਅਰ ਵੈਲਿਊ, ਠੀਕ ਹੈ, ਇਹ ਤੀਸਰਾ ਹੋ ਗਿਆ। ਚੌਥੇ ਤੇ ਪਾਈ ਵੈਲਿਊ, ਇਹ 4 ਵਾਲਾ ਹੋ ਗਿਆ। ਪਾਈ ਵੈਲਿਊ ਨੂੰ ਐਜ਼ ਏ ਟੈਕਸਟ ਪ੍ਰਿੰਟ ਕਰਨ ਲਈ ਇਨਵਰਟਰ ਕੋਮਾ ਚ ਪਾਤਾ, ਦੈਨ ਕੱਲਾ ਪਾਈ ਲਿਖੂੰਗੇ ਉਹਦੀ ਵੈਲਿਊ ਫੈਚ ਕਰਦਾ 3.14, ਦਿਸ ਇਜ਼ ਸਟਾਰ, ਇੱਥੇ ਵੈਲਿਊ ਆ ਗਈ। ਐਂਡ ਸਟੂਡੈਂਟ ਇਜ਼ ਸਟੂਡੈਂਟ, ਉਹ ਕਹਿੰਦਾ ਯੈਸ ਟਰੂ, ਟਰੂਲੀ ਵੈਲਿਊ ਹਮੇਸ਼ਾ 1 ਹੁੰਦੀ ਹੈ, ਐਂਡ ਫਾਲਸ ਲਈ ਵੈਲਿਊ 0 ਹੋਣੀ ਆ 0, ਇਹਦਾ ਬੁਲੀਅਨ ਦਾ ਰੂਲ ਹਮੇਸ਼ਾ ਇਹ ਯਾਦ ਰੱਖਣਾ। ਸੋ ਇਜ਼ ਸਟੂਡੈਂਟ ਯੈਸ, ਸਟੂਡੈਂਟ ਇਜ਼ ਸਟੂਡੈਂਟ ਹੈਗਾ ਆ ਟਰੂ ਆ, ਸੋ ਇਹਦੀ ਵੈਲਿਊ ਕਿੰਨੀ ਹੈਗੀ 1, ਠੀਕ ਹੈ। ਸੋ ਰਿਕੈਪਚੁਲੇਟ ਕਰ ਲੈਂਦੇ ਹਾਂ, ਠੀਕ ਹੈ। ਸੋ 3 ਤਰੀਕੇ ਦੇ ਸਾਡੇ ਕੋਲ ਡਾਟਾ ਟਾਈਪਸ ਵਗੈਰਾ ਹੁੰਦੇ ਆ, ਠੀਕ ਹੈ, C++ ਰਾਈਟ। C++ ਕਿੰਨੇ ਤਰੀਕੇ ਦੇ ਹੁੰਦੇ ਸਾਡੇ ਕੋਲ, ਡਾਟਾ ਟਾਈਪ 3 ਟਾਈਪਸ ਹੈ, ਠੀਕ ਹੈ। ਫਸਟ ਹੁੰਦੇ ਸਾਡੇ ਕੋਲ ਪ੍ਰਿਮਿਟਿਵ ਡਾਟਾ ਟਾਈਪ ਜਾਂ ਬੇਸਿਕ ਡਾਟਾ ਟਾਈਪਸ, ਇਹ ਉਹ ਹੁੰਦੇ ਆ ਕਿ ਜਿਹੜੇ ਆਲਰੇਡੀ ਪ੍ਰੀ ਡਿਫਾਈਨਡ, ਜਿਹਨੂੰ ਕਹਿੰਦੇ ਆਪਾਂ ਪ੍ਰੀ ਡਿਫਾਈਨਡ, ਆਲਰੇਡੀ ਕੰਪਾਈਲਰ ਕੋ ਹੁੰਦੇ ਆ, ਹੁਣ ਦੱਸਿਆ ਜਾਂਦਾ ਵੀ ਆ ਇਹ ਆ, ਇਹਨਾਂ ਦਾ ਆ ਮਤਲਬ ਆ, ਇਹਦੇ ਵਿੱਚ ਸਾਡੇ ਕੋਲ ਇੰਟ ਕੈਰ ਔਰ ਬੂਲੀਅਨ ਵਗੈਰਾ ਆਏ ਨੇ ਸਾਡੇ, ਫਲੋਟ ਵਗੈਰਾ। ਦੂਸਰੇ ਹੁੰਦੇ ਸਾਡੇ ਕੋਲ ਡਰਾਈਵਡ ਡਾਟਾ ਟਾਈਪ, ਠੀਕ ਹੈ। ਡਰਾਈਵਡ ਡਾਟਾ ਟਾਈਪ ਮਤਲਬ ਯੂਜ਼ਰ ਡਰਾਈਵ ਕਰਦਾ ਆ, ਮਤਲਬ ਆ ਜਿਹੜੀ ਹੈਗੀ ਡਾਟਾ ਟਾਈਪ ਇਹਨਾਂ ਤੋਂ ਡਰਾਈਵ ਕਰਦਾ। ਇਹਦੇ ਵਿੱਚ ਜਿੱਦਾਂ ਹੁਣ ਆ ਗਿਆ ਸਾਡੇ ਕੋਲ ਐਰੇ, ਉਸ ਤੋਂ ਬਾਅਦ ਪੁਆਇੰਟਰ ਐਂਡ ਫੰਕਸ਼ਨ, ਆ ਐਰੇ ਆ, ਦਿਸ ਇਜ਼ ਦਾ ਐਰੇ, ਬਟ ਇਹ ਬਣਿਆ ਕਿੱਥੋਂ ਆ ਦੇਖੋ, ਇੱਥੋਂ ਇੰਟੀਗਰ ਡਾਟਾ ਟਾਈਪ ਚੱਕਿਆ, ਉਹ ਤੋਂ ਐਰੇ ਬਣਾਤਾ, ਉਹਦੀ ਸੀਰੀਜ਼ ਬਣਾਤੀ, ਇਹ ਸਾਡੇ ਕੋਲ ਕੀ ਬਣ ਗਿਆ ਡਰਾਈਵ ਡਾਟਾ ਟਾਈਪ। ਉਹ ਡਾਟਾ ਟਾਈਪ ਜਿਹੜੇ ਪਹਿਲੇ ਜਿਹੜੇ ਬਿਲਟ ਇਨ ਡਾਟਾ ਟਾਈਪਸ ਤੋਂ ਆਪਾਂ ਚੱਕ ਕੇ ਬਣਾਉਂਦੇ ਆ, ਠੀਕ ਹੈ, ਕਾइंड ऑफ द रीमिक्सिंग थिंग्स। और तीसरा है यूजर डिफाइंड डाटा टाइप, मतलब यूजर मेक इट, यूजर आप बनाते इस चीज़ को। ये साढ़े को आ गई क्लासेस आ गई, स्ट्रक्चर आ गए और यूनियन। अच्छा, स्ट्रक्चर और यूनियन का डिफरेंस आ जाता, क्लासेस की आ असीं अपने खुद क्रिएट करते हैं, ठीक है। तो ये एग्जाम्पल आ, सो 3 डाटा टाइप्स आ, इनू अगर आप हुण डायग्राम बनानी, ये हमेशा डायग्राम जी बना के फिर इनू एक्सप्लेन करना, दिस इज द प्री डिफाइंड, फिर यूजर डिफाइंड एंड डिराइव्ड डाटा टाइप्स, ठीक है। सो 3 तरह के हो गए, एग्जाम्पल जरूर मैंशन करनी है जो भी प्रोग्राम च आ गया, राइट। आई प्रोग्राम है जो आप उत्थे लिखा हुआ सीगा, ठीक है। सो इंट एज इज इक्वल टू, सारा प्रोग्राम आप एक्सप्लेन किया है, दिस इज द हैडर फाइल और उस तो बाद इनिशियलाइजेशन। अच्छा, ऑनलाइन कंपाइलर च हमेशा तुहानूं इंट मेन ते रिटर्न 0 लगना है, ठीक है। ये वाइड मेन नहीं चलता है, एरर पाल दो। अच्छा, हुण ये चीज़ आ, इत्थे एक बारी आपां इस चीज़ नूं कर लिया, इदां भी कर सकते हैं, जां आपां इस चीज़ नूं डिक्लेयर इनिशियलाइज एक बारी कर लिया, जां नाल दे नाल ही आपां वैल्यू पा रहे हैं, नहीं तो वैल्यूज आपां अलग भी लै सकते हैं। किदां लो, हुण एक बारी आपां करके अलग दे दें, ठीक है। सो इहदे विच एक वेरिएबल ले लिया इंट a is equal to 10, int a is equal to 10, ठीक है। सो जो ले लिया सी आउट, हम कुछ भी टैक्स प्रिंट करना है, आप लेके चलते हैं, वैल्यू ऑफ ए इज, ये तो सेमीकोलन पाते, हम वैल्यू ऑफ ए इज कितनी है, वैल्यू फैच करनी, देन आई हैव टू राइट इट दिस वन, ठीक है। नाउ लेट्स एक्सिक्यूट इट, वैल्यू ऑफ ए इज 10, ठीक है। सो दैट इज अ सिंपल प्रोग्राम। अगर ये आ गया हम इसी चीज़ में करना है, नेक्स्ट फ्लोट b is equal, float b is equal to 3.5, ठीक है।
then C out, then user ਨੂੰ ਦੱਸਣ ਲਈ float value of B is ਇਹ ਵੀ ਯੂਜ਼ਰ ਲਈ ਹੁੰਦਾ ਹੈ ਕਿ ਉਹਨੂੰ ਪੜ੍ਹ ਕੇ ਪਤਾ ਲੱਗ ਜਾਏ, ਅਦਰਵਾਈਜ਼ ਉਹਨੂੰ ਕੀ ਪਤਾ ਵੀ ਕੀ ਚੀਜ਼ ਕਰਦੇ ਪਏ ਕੀ ਨਹੀਂ ਕਰਦੇ ਪਏ, ਰਾਈਟ। ਅੱਛਾ ਹੁਣ ਇਹਦੇ ਵਿੱਚ ਇੱਕ ਪ੍ਰੋਬਲਮ ਆਈ ਨਹੀਂ ਕਿ ਐਂਡ ਲਾਈਨ ਨਹੀਂ ਪਾਇਆ ਆਪਾਂ, ਤਾਂ ਉਹਨੇ ਇੱਕੋ ਲਾਈਨ 'ਚ ਚੱਕ ਲੈਣਾ, ਠੀਕ ਹੈ। ਨਾਓ ਲੈਟਸ ਐਕਸੀਕਿਊਟ ਇਟ, ਦੇयर ਯੂ ਗੋ, ਲੋਡ B, ਠੀਕ ਹੈ। ਸੋ ਦੋ ਪਾਰਟਸ ਵਿੱਚ ਕਰ ਲਿਆ, ਇੱਕ ਇੱਦਾਂ ਆ ਗਿਆ ਔਰ ਇੱਕ ਇੱਦਾਂ ਆ ਗਿਆ, ਠੀਕ ਹੈ। ਹੁਣ ਇਹ ਜ਼ਰੂਰੀ ਨਹੀਂ ਵੀ ਜਿੱਥੇ ਲਿਖਿਆ ਆਪਾਂ ਉਹਨੂੰ ਉੱਦੇ ਕਰ, ਹੁਣ ਆਹ ਮੈਂ ਸਟੇਟਮੈਂਟ ਚੱਕੀ, ਰਾਈਟ, ਇੱਥੇ ਪਾਤਾ ਉਹਨੂੰ, ਲੋ ਐਕਸੀਕਿਊਟ ਕਰੋ, ਤਾਂ ਵੀ ਆਉਟਪੁੱਟ ਕੀ ਆ, ਸੇਮ, ਠੀਕ ਹੈ। ਬਟ the way we are calling these statements ਉੱਤੇ ਡਿਪੈਂਡ ਕਰਦਾ ਫਿਰ ਪਹਿਲੀ ਸਟੇਟਮੈਂਟ ਕਿਹੜੀ ਚੱਲਣੀ ਹੈ ਕਿ ਸੈਕਿੰਡ ਕਿਹੜੀ ਚੱਲਣੀ। ਆਹ ਦੇਖੋ ਹੁਣ ਦੂਜੀ ਤੇ ਫਸਟ ਤੇ ਮੈਂ ਪਹਿਲਾਂ B ਵਾਲੀ ਚਲਾ ਦਿੱਤੀ, ਹੁਣ ਸਭ ਤੋਂ ਪਹਿਲਾਂ B ਵਾਲੀ ਵੈਲਿਊ ਨੇ ਆਉਟਪੁੱਟ ਸ਼ੋ ਕਰਨੀ ਹੈ, ਠੀਕ ਹੈ। ਇੱਥੇ ਵੀ ਐਂਡ ਲਾਈਨ ਲਗਾ ਦਿੰਦੇ ਆਪਾਂ, ENDO, ਠੀਕ ਹੈ। ਸੋ ਸਭ ਤੋਂ ਪਹਿਲਾਂ ਕੀ ਆ, B ਵਾਲੀ ਉਹਨੇ ਵੈਲਿਊ ਚਲਾਤੀ, ਠੀਕ ਹੈ। ਬਟ ਅਗਰ ਇੱਥੇ ਹੁਣ ਮੈਟਰ ਨਹੀਂ ਕਰਦਾ ਪਿਆ, A ਭਾਵੇਂ ਪਹਿਲਾਂ ਕੀਤਾ B ਪਹਿਲਾਂ ਕੀਤਾ, ਵੈਲਿਊ ਜਿਹੜੀ ਤੁਸੀਂ ਪ੍ਰਿੰਟ ਕਰਵਾਉਣੀ ਪਹਿਲਾਂ ਸਟੇਟਮੈਂਟ ਉਹੀ ਚੱਲਣੀ ਹੈ, ਠੀਕ ਹੈ। ਸੋ ਅੱਛਾ ਹੁਣ ਇਹਦੇ ਵਿੱਚ ਦੇਖੋ ਕਨਕਲੂਜਨ ਕੀ ਨਿਕਲਿਆ, ਫੰਡਾਮੈਂਟਲ ਬਿਲਡਿੰਗ ਬਲੌਕਸ ਆ ਸਟਰਕਚਰ ਡਾਟਾ ਟਾਈਪ ਟੂ ਆਰਗੇਨਾਈਜ਼ ਮੇਨਟੇਨ ਡਾਟਾ ਇਨ C++ ਪ੍ਰੋਗਰਾਮਿੰਗ, 10 ਪਾਰਟਸ ਡਿਵਾਈਡ ਦੱਸਿਆ ਹੋਇਆ ਵਨ ਲਾਈਨ 'ਚ। ਪ੍ਰੀਮਿਟਿਵ ਡਾਟਾ ਟਾਈਪ ਉਹ ਜਿਹੜੇ ਬੇਸਿਕ ਐਂਡ ਬਿਲਟ ਇਨ ਡਾਟਾ ਟਾਈਪ ਸੱਚ ਐਸ ਇੰਟੀਗਰ, ਕੈਰ ਐਂਡ ਬੂਲੀਅਨ, ਐਗਜ਼ਾਮਪਲ ਦਿੱਤੀ ਨਾਲ। ਡਿਰਾਈਵ ਡਾਟਾ ਟਾਈਪ ਉਹ ਆ ਜਿਹੜੇ ਪ੍ਰੀਮਿਟਿਵ ਡਾਟਾ ਟਾਈਪਸ ਲਾਈਕ ਐਰੇ, ਪੁਆਇੰਟਰ, ਫੰਕਸ਼ਨਸ ਆ ਜਿਹੜੇ ਕਿ ਪ੍ਰੀਮਿਟਿਵ ਡਾਟਾ ਟਾਈਪ ਤੋਂ ਬਣਦੇ ਆ। ਯੂਜ਼ਰ ਡਿਫਾਈਨਡ ਉਹ ਆ ਕਿ ਜਿਹੜਾ ਪ੍ਰੋਗਰਾਮਰ ਖੁਦ ਬਣਾਉਂਦਾ, ਕਲਾਸ, ਸਟਰਕਚਰ ਐਂਡ ਯੂਨੀਅਨ, ਠੀਕ ਹੈ ਜੀ। ਸੋ ਦੈਟ ਵਾਜ਼ data type and variables, which more important that is likely to become in your final exams, MST1, MST2, ठीक है जी। And thank you so much for this today.